ਨਵੇਂ ਮੈਥਡ ਦੀ ਗੱਲ ਕਰ ਰਹੇ ਹਾਂ ਜਿਹੜਾ ਕਲਾਸਰੂਮ ਤੋਂ ਬਾਹਰ ਜਾਣ ਦੀ ਗੱਲ ਕਰਦਾ ਹੈ। ਜਦੋਂ ਪ੍ਰੋਜੈਕਟ ਨੂੰ ਡਿਫਾਈਨ ਕਰਦੇ ਆ ਤਾਂ ਜੌਨ ਡੈਵੀ ਕਹਿੰਦੇ ਪ੍ਰੋਜੈਕਟ ਇਜ਼ ਐਨ ਐਕਟੀਵਿਟੀ ਵਿਲਿੰਗਲੀ ਅੰਡਰਟੇਕਨ ਬਾय ਦ ਪਿਊਪਲ in which emphasis is on learning by doing। ਇਹਦਾ ਮਤਲਬ ਹੈ ਕਿ decision about the selection of any particular task will also be taken by the students। ਤਾਂ ਇਹਦਾ ਮਤਲਬ ਹੈ it will be based on the taste, interest and aptitude of the child। ਬੱਚਾ ਕੀ ਚਾਹੁੰਦਾ ਹੈ ਅਸੀਂ ਉਸ ਦੇ ਅਕੋਰਡਿੰਗ ਬੱਚਿਆਂ ਦੀ ਚੁਆਇਸ ਦੇ ਅਕੋਰਡਿੰਗ ਉਹਨਾਂ ਨੂੰ ਐਕਟੀਵਿਟੀ ਦੇਵਾਂਗੇ ਜਿਹਦੇ 'ਚ ਉਹ ਸਿੱਖਣਾ ਚਾਹੁੰਦੇ ਆ। ਫਿਰ ਇਸ ਤੋਂ ਅਗਲੀ ਗੱਲ ਕਰਦੇ ਆ ਜਿਹੜਾ ਹੈ ਕਿਲਪੈਟਰਿਕ ਇਸ ਨੂੰ ਹੋਰ ਥੋੜਾ ਡਿਫਾਈਨ ਕਰ ਦਿੰਦੇ ਆ। ਉਹ ਕਹਿੰਦੇ ਆ ਕਿ a project is a whole-hearted purposeful activity proceeding in the social environment। ਹੁਣ ਉਹ ਕਲਾਸਰੂਮ এনवायरमेंट ਦੀ ਗੱਲ ਨਹੀਂ ਕਰਦੇ, ਉਹ ਐਜੂਕੇਸ਼ਨਲ এনवायरमेंट ਦੀ ਗੱਲ ਨਹੀਂ ਕਰਦੇ। ਉਹਨਾਂ ਨੇ ਇਸ ਤੇ ਜਿਹੜਾ ਹੈ ਉਹਦਾ ਪ੍ਰੋਜੈਕਟ ਜਿਹੜਾ ਹੈ ਜਾਂ ਜਿਹੜੀ ਲਰਨਿੰਗ ਹੈ ਉਹਦਾ ਪਲੇਟਫਾਰਮ ਚੇਂਜ ਕਰ ਦਿੱਤਾ। ਉਹ ਕਹਿੰਦੇ ਆ ਕਿ ਇੱਕ ਤਾਂ ਹੋਲ ਹਾਰਟਡ ਬਾय चॉइस एक्टिविटी सिलेक्ट करेगा बच्चा, दूसरा the activity which we are going to select will have a specific aim to achieve। ਅਸੀਂ ਉਸ ਕੋਈ ਪਰਪਸ ਅਚੀਵ ਕਰਨਾ ਚਾਹੁੰਦੇ ਹਾਂ। ਮੰਨ ਲਓ ਅਸੀਂ ਕਹਿੰਦੇ ਹਾਂ ਕਿ ਅੱਜ ਬੱਚੇ ਨੂੰ ਜਿਹੜਾ ਹੈ ਡਰਾਇੰਗ ਸਿਖਾਉਣੀ ਹੈ, ਪੇਂਟਿੰਗ ਦਾ ਕੋਈ ਪ੍ਰੋਜੈਕਟ ਹੈ ਤਾਂ ਏਮ ਕੀ ਹੈ। ਜੇ ਪੇਂਟਿੰਗ ਦਾ ਪ੍ਰੋਜੈਕਟ ਦਿੱਤਾ ਜਾਵੇ ਬੱਚੇ ਨੂੰ ਏਮ ਕੀ ਹੋਏਗਾ। ਜੇ ਕੋਈ ਅਸੀਂ ਇਸ ਤਰ੍ਹਾਂ ਦਾ ਪ੍ਰੋਜੈਕਟ ਅਸਾਈਨ ਕਰ ਦਈਏ ਕਿ ਅੱਜ ਕੋਈ ਮਿਕੀ ਐਂਡ ਮਾਊਸ ਬਣਾ ਕੇ ਲੈ ਕੇ ਆਉਣਾ ਸਾਰਿਆਂ ਨੇ ਔਰ ਕਲਰਫੁਲ ਪੇਂਟਿੰਗ ਕਰਕੇ ਲੈ ਕੇ ਆਉਣੀ ਹੈ, ਵਾਟ ਵੁੱਡ ਬੀ ਦ ਪਰਪਸ ਆਫ दैट एक्टिविटी। क्रिएटिविटी। हाँ क्रिएटिविटी एक, दूसरा इमेजिनेशन स्ट्रांग हो जाएगी। इमेजिनेशन स्ट्रांग हो जाएगी और सर बच्चा नाल इन्वॉल्व हो जाएगा। इन्वॉल्व हो जाएगा लर्निंग बाय डूइंग। गुड। और ਸਰ ਇੰਟਰਸਟ ਲੈ ਕੇ ਉਹ ਕੰਮ ਕਰੂਗਾ ਤੇ ਉਹ ਲੌਂਗ ਲਾਸਟਿੰਗ ਉਹਨੂੰ ਯਾਦ ਵੀ ਰਹੂ। good interest। our aim is to trace the talent। ਪਹਿਲੀ ਗੱਲ ਜਿਹੜੇ purposefully whole heartedly ਕੌਣ ਸਿਲੈਕਟ ਕਰੇਗਾ ਜਿਸ ਦਾ ਇੰਟਰਸਟ ਆਰਟ ਡਰਾਇੰਗ ਐਂਡ ਪੇਂਟਿੰਗ 'ਚ ਹੋਏਗਾ। ਇਹਦਾ ਮਤਲਬ ਹੈ ਇੱਕ ਤਾਂ ਇਹ ਹੋ ਗਿਆ। ਔਰ ਅਸੀਂ ਕਿਹਾ ਵੀ ਕੌਣ ਡਰਾਇੰਗ ਦਾ ਪ੍ਰੋਜੈਕਟ ਕਰਨਾ ਚਾਹੁੰਦੇ ਆ, 10 ਬੱਚਿਆਂ ਨੇ ਡਰਾਇੰਗ ਦਾ ਪ੍ਰੋਜੈਕਟ ਜਿਹੜਾ ਹੈ ਆਪਟ ਕਰ ਲਿਆ। ਦੈਟ ਮੀਨ ਦੇ ਆਰ ਆਪਟਿੰਗ ਹੋਲ ਹਾਰਟedly ਬਿਕੋਜ਼ ਦੇ ਹੈਵ ਅ keen interest in that particular area and they want to refine their skills। ਇਹਨਾਂ ਦਾ ਪਰਪਸ ਕੀ ਹੈ, we want to nurture, we want to refine the skills। ਤਾਂ ਅਸੀਂ ਉਹ ਬੱਚੇ ਦੇ ਸਕਿੱਲ ਰਿਫਾਈਨ ਕਰਨਾ ਚਾਹੁੰਦੇ ਹਾਂ। ਪਰ ਇਹ ਜਿਹੜਾ ਕੰਮ ਹੈ ਇਹ ਕਲਾਸਰੂਮ ਦੀਆਂ ਬਾਉਂਡਰੀ 'ਚ ਨਹੀਂ ਹੋਏਗਾ। ਇੱਕ ਪ੍ਰੋਜੈਕਟ ਜਿਹੜਾ ਹੈ ਬੱਚੇ ਨੂੰ ਜੇਕਰ ਇਹ ਮੰਨ ਲਓ ਕਿਹਾ ਜਾਵੇ ਕਿ ਤੁਸੀਂ ਜਾਓ ਜੀ ਅੱਜ ਜਿਹੜਾ ਹੈ ਇੱਕ ਸੀਨ ਜਿਹੜਾ ਹੈ ਸਨਸੈਟ ਦਾ ਸੀਨ ਬਣਾ ਕੇ ਲੈ ਕੇ ਆਉਣਾ ਤਾਂ ਬੱਚੇ ਨੂੰ ਕਲਾਸਰੂਮ 'ਚ ਬਿਠਾ ਕੇ ਜਿਹੜਾ ਹੈ ਵੀਡੀਓ ਨਹੀਂ ਦਿਖਾਉਣੀ, ਬੱਚੇ ਨੂੰ ਕੋਈ ਪੇਂਟਿੰਗ ਨਹੀਂ ਦਿਖਾਉਣੀ, ਉਸ ਨੂੰ ਕਹਿਣਾ ਸਨਸੈਟ ਚਲੋ ਫੀਲਡ 'ਚ ਚੱਲਦੇ ਆ ਸਨਸੈਟ ਦੇਖਾਂਗੇ ਔਰ ਉਸ ਟਾਈਮ 'ਤੇ ਜੋ ਐਕਚੁਅਲ 'ਚ ਨਜ਼ਾਰਾ ਹੋਏਗਾ ਉਸ ਨੂੰ ਪੇਂਟ ਕਰਾਂਗੇ। ਦੈਟ ਮੀਨ ਦੇ ਆਰ ਗੋਇੰਗ ਇਨ ਦਾ এনवायरमेंट। ਤਾਂ ਸਮਾਜ ਦੇ ਵਿੱਚ ਲੈ ਕੇ ਜਾਣਾ। ਹੁਣ ਉੱਥੇ ਬੱਚਾ ਤੁਸੀਂ ਸਾਰਿਆਂ ਨੇ ਉਹ ਸੀਨਰੀ ਕਿੰਨੇ ਬਣਾਈ ਹੈ ਜਿਹਦੇ 'ਚੋਂ ਸੂਰਜ ਪਹਾੜ 'ਚੋਂ ਨਿਕਲ ਰਿਹਾ ਹੁੰਦਾ, ਇੱਕ ਨਦੀ ਵੀ ਵਗ ਰਹੀ ਹੁੰਦੀ ਹੈ, ਵਿੱਚ ਇੱਕ ਬੋਟ ਹੁੰਦੀ ਹੈ, ਦੋ ਜਿਹੜੀਆਂ ਡਕਸ ਨੇ ਉਹ ਦੇਖ ਰਹੀਆਂ ਤੁਰੀਆਂ ਜਾਂਦੀਆਂ ਔਰ ਇੱਕ ਬ੍ਰਿਜ ਬਣਾਉਣਾ ਹੁੰਦਾ। ਕਿੰਨੇ ਬਣਾਈ ਹੈ ਉਹ ਬਚਪਨ 'ਚ? मी सर। मी आल्सो ऑलमोस्ट सभी ने ਬਣਾਈ ਹੈ ਨਾ। ਹੁਣ ਦੇਖੋ ਕਿ ਤੁਹਾਡੇ ਵਿੱਚੋਂ ਲੁਧਿਆਣੇ ਵਾਲਿਆਂ ਨੇ ਕਿੰਨਾ ਨੇ ਉਹ ਪਹਾੜ ਦੇ ਪਿੱਛੋਂ ਸੂਰਜ ਨਿਕਲਦਾ ਬਚਪਨ 'ਚ ਦੇਖਿਆ ਸੀ ਔਰ ਕਿੰਨਾ ਨੇ ਉਹ ਨਹਿਰ ਦੇ ਵਿੱਚ ਕਿਸ਼ਤੀਆਂ ਚੱਲਦੀਆਂ ਦੇਖੀਆਂ ਸੀ। ਸਾਡੀਆਂ ਤਾਂ ਕਿਸੇ ਨਹਿਰ 'ਚ ਕਿਸ਼ਤੀ ਨਹੀਂ ਚੱਲਦੀ ਪੰਜਾਬ 'ਚ। ਜੇਕਰ ਐਕਚੁਅਲ 'ਚ ਤੁਹਾਨੂੰ এনवायरमेंट 'ਚ ਲੈ ਕੇ ਜਾਇਆ ਜਾਵੇ ਤਾਂ ਕੀ ਸੀਨ 'ਚ ਕੀ ਚੇਂਜ ਹੋ ਸਕਦਾ ਦੱਸੋ। ਤਾਂ ਕੀ ਚੇਂਜ ਹੋਏਗਾ ਜੇ ਉਹ ਸਨਸੈਟ ਦਾ ਸੀਨ ਜਾਂ ਸਨਰਾਈਜ਼ ਦਾ ਸੀਨ ਜਿਹੜਾ ਹੈ ਐਕਚੁਅਲ 'ਚ ਬਣਾਉਣ ਵਾਸਤੇ ਲੁਧਿਆਣੇ ਦੇ ਬਾਹਰ ਆਊਟਸਕਰਟ 'ਤੇ ਲੈ ਜਾਈਏ ਤਾਂ ਸੀਨ 'ਚ ਕੀ ਚੇਂਜ सर फील्ड में सनसेट दिखेगा। ਹਾਂ ਇੱਕ ਤਾਂ ਗ੍ਰੀਨ ਫੀਲਡ ਦਿਖੇਗੇ, ਗ੍ਰੀਨ ਫੀਲਡ ਦਿਖਣਗੇ ਜਿਹਦੇ ਵਿੱਚ ਤੁਹਾਨੂੰ ਅੱਜ ਕੱਲ੍ਹ ਵੀਟ ਕ੍ਰੌਪ ਜਿਹੜੀ ਹੈ ਉਹ ਬਹੁਤ ਗ੍ਰੀਨ ਜਿਹੜੀ ਹੈ ਹਲੇ ਛੋਟੀ 1 ਫੁੱਟ ਦੀ ਹਾਈਟ ਦੇ ਨਾਲ ਬਹੁਤ ਅੱਛੀ ਗ੍ਰੀਨਰੀ ਦਾ ਸੀਨ ਦਿਖੇਗਾ। ਹੋਰ ਕੀ ਹੋਏਗਾ ਉਹਦੇ ਵਿੱਚ? फार्मर्स काम कर रहे होंगे। ਗੁੱਡ ਫਾਰਮਰ ਕੰਮ ਕਰ ਰਹੇ ਹੋਣਗੇ। ਤਾਂ ਇਹਦਾ ਮਤਲਬ ਹੈ ਅਸੀਂ ਸੋਸ਼ਲ এনवायरमेंट 'ਚ ਲੈ ਕੇ ਜਾ ਰਹੇ ਹਾਂ ਬੱਚੇ ਦੇ ਸਮਾਜ ਦੇ ਵਿੱਚ ਉਹਦੀ ਸਰਾਊਂਡਿੰਗ 'ਚ এনवायरमेंट ਕੀ ਹੈ ਔਰ ਉਹ ਕਿਸ ਤਰ੍ਹਾਂ ਦੇ ਸਮਾਜ 'ਚ ਰਹਿ ਰਿਹਾ ਔਰ ਉਹ ਸਮਾਜ ਦੇ ਮੇਜਰ ਆਕੂਪੇਸ਼ਨਸ ਕੀ ਨੇ ਜਿਹੜੇ ਮੈਜੋਰਿਟੀ 'ਚ ਕਿਸੇ ਮਤਲਬ ਫਸਟ ਗਲਾਂਸ ਆਫ ਜਿਹੜਾ ਹੈ ਉਹਦੇ ਵਿੱਚ ਉਸਨੂੰ ਉਹ ਅਬਜ਼ਰਵ ਕਰੇਗਾ ਜਾਂ ਉਹਦੀ ਵਿਟਨੈਸ ਹੋਏਗਾ। ਉਹ ਹੋਏਗਾ ਕਿ ਅਸੀਂ ਜੇ ਪੰਜਾਬ 'ਚ ਰਹਿੰਦੇ ਹਾਂ ਤਾਂ ਫੀਲਡ ਦਿਖੇਗਾ। ਜੇ ਉਹ ਜਸ ਚੋਪੜਾ ਦੀਆਂ ਫਿਲਮਾਂ ਦੇਖਦੇ ਹੋ
ਉਹ ਸ਼ਾਹਰੁਖ ਖਾਨ ਵਾਲੀਆਂ ਜਿੱਥੇ ਉਹ ਗਿਟਾਰ ਜਿਹਾ ਵਜਾਉਂਦਾ ਹੁੰਦਾ ਤੇ ਉਹ ਮਸਟਰਡ ਫਲਾਵਰਸ ਦਿਖਦੇ ਆ ਨਾ ਸਰੋਂ ਦੇ ਖੇਤਾਂ 'ਚ, ਹਨਾ, ਦੇਖਿਆ? सर यस सर ਉਹ ਜਸ ਚੋਪੜਾ ਇਹ ਕਹਿੰਦਾ ਮੈਨੂੰ ਜਦੋਂ ਪੰਜਾਬ ਬਾਰੇ ਮੈਂ ਸੋਚਦਾ ਤਾਂ ਮੈਨੂੰ ਬਸ ਸਰੋਂ ਦੇ ਫੁੱਲਾਂ ਖੇਤ ਜਿਹੜੇ ਆ ਉਹ ਦਿਖਾਈ ਦਿੰਦੇ ਆ ਤੇ ਉਹਦੇ 'ਚ ਯੈਲੋ ਜਿਹੜੇ ਹੈ ਕਲਰ ਦੇ ਫਲਾਰ ਤੇ ਉਹਦੇ ਵਿੱਚ ਸ਼ਾਹਰੁਖ ਖਾਨ ਜਿਹੜਾ ਹੈ ਵਾਇਲਨ ਵਜਾਉਂਦਾ। ਤਾਂ ਦੈਟ ਮੀਨ ਦੈਟ ਇਜ਼ ਅ ਆਈਡੀਆ ਆਫ ਐਕਚੁਅਲ এনवायरमेंट। ਤਾਂ ਅਸੀਂ ਕਹਿੰਦੇ এনवायरमेंट 'ਚ ਲੈ ਕੇ ਜਾਣਾ, ਅਸੀਂ ਰਿਸਟ੍ਰਿਕਟਡ ਕੰਸਟ੍ਰੇਂਟਸ 'ਚ ਅਸੀਂ ਉਸ ਨੂੰ ਨਹੀਂ ਟੀਚ ਕਰਾਂਗੇ। ਤਾਂ ਇਹ ਆਈਡੀਆ ਹੈ ਜਿਹਦੇ 'ਚ ਅਸੀਂ ਕਹਿੰਦੇ ਆ, ਜਦੋਂ ਬਲਾਰਡ ਇਸ ਨੂੰ ਡਿਫਾਈਨ ਕਰਦੇ ਆ ਉਹ ਕਹਿੰਦੇ ਪ੍ਰੋਜੈਕਟ ਇਜ਼ ਅ ਬਿਟ ਆਫ ਰੀਅਲ ਲਾਈਫ। ਜੋ ਗੱਲ ਮੈਂ ਕਹਿਣਾ ਚਾਹ ਰਿਹਾ ਵਾਂ ਉਹ ਕਹਿੰਦੇ ਕਿ ਪ੍ਰੋਜੈਕਟ ਦਾ ਮਤਲਬ ਉਹੋ ਜਿਹਾ ਪ੍ਰੋਜੈਕਟ ਨਹੀਂ ਜਿਹੜਾ ਤੁਹਾਨੂੰ ਦਿੱਤਾ ਸੀ ਕਿ ਬਜਟ ਬਣਾ ਕੇ ਜਮ੍ਹਾਂ ਕਰਾਇਓ ਤੇ ਅੱਧਿਆਂ ਨੇ ਗਲਤ ਜਮ੍ਹਾਂ ਕਰਾਇਆ ਹੈ, ਕਈਆਂ ਨੂੰ ਵਾਪਸ ਮੁੜ ਗਿਆ ਹੋਣਾ, ਦੇਖ ਲਿਓ ਦੁਬਾਰਾ ਜਮ੍ਹਾਂ ਕਰਾ ਦਿਓ। ਤਾਂ ਉਹ ਗਏ ਕਿ ਐਕਚੁਅਲ ਰੀਅਲ ਲਾਈਫ 'ਚ ਕੀ ਹੋ ਰਿਹਾ ਅਸੀਂ ਉਸ ਦੇ ਵਿੱਚ, ਐਂਡ ਦੈਟ ਹੈਜ਼ ਬੀਨ ਇੰਪਾਰਟਡ ਇਨ ਦਾ ਸਕੂਲ। ਅਸੀਂ ਕਹਿੰਦੇ ਆ ਭਾਵੇਂ ਰੀਅਲ ਲਾਈਫ ਦੀ ਇੰਸੀਡੈਂਟ ਨੇ, ਸਕੂਲ ਉਸ ਨੂੰ ਬੱਚੇ ਨੂੰ ਜਿਹੜਾ ਹੈ ਪੇਸ਼ ਕਰ ਰਿਹਾ ਜਾਂ ਬੱਚੇ ਨੂੰ ਉਹ ਉਸ ਤਰ੍ਹਾਂ ਦੀ ਪ੍ਰੋਵਾਈਡ ਕਰ ਰਿਹਾ ਹੈ ਟ੍ਰੇਨਿੰਗ ਜਿਹੜੀ ਕਿ ਰੀਅਲ ਲਾਈਫ ਹੈ। ਤਾਂ ਅਸੀਂ ਇਸੇ ਕਾਰਨ ਕਹਿੰਦੇ ਆ ਕਿ ਆਵਰ ਐਜੂਕੇਸ਼ਨ ਇਜ਼ ਆਈਸੋਲੇਟਡ ਫਰੋਮ ਲਾਈਫ। ਤਾਂ ਇੱਥੇ ਇਹ ਗੱਲ ਹੋ ਰਹੀ ਹੈ ਕਿ ਵੀ ਹੈਵ ਟੂ ਗੋ ਬੈਕ ਟੂ ਲਾਈਫ। ਤਾਂ ਅਸੀਂ ਬੱਚੇ ਨੂੰ ਦੁਬਾਰਾ ਉੱਥੇ ਲੈ ਕੇ ਜਾਈਏ। ਤਾਂ ਇਸ ਤਰ੍ਹਾਂ ਦੇ ਪ੍ਰੋਜੈਕਟਸ ਦੀ ਗੱਲ ਹੋ ਰਹੀ ਹੈ ਤਾਂ ਜਿਹਦੇ ਵਿੱਚ ਅਸੀਂ ਪੜ੍ਹਾਉਣ ਦੀ ਗੱਲ ਕਰ ਰਹੇ ਹਾਂ। ਤਾਂ ਹੁਣ ਜਦੋਂ ਅਸੀਂ ਇਹਨਾਂ ਡੈਫੀਨੇਸ਼ਨਾਂ ਨੂੰ ਕੰਸਾਈਜ਼ ਕਰਦੇ ਹਾਂ ਤਾਂ ਉਹਨਾਂ ਵਿੱਚੋਂ ਜਨਰਲ ਕਨਕਲੂਜਨ ਇਹ ਨਿਕਲ ਕੇ ਆਉਂਦਾ ਕਿ ਜਿਹੜੇ ਪ੍ਰੋਜੈਕਟ ਦੇ ਮੈਥਡ ਦੇ ਥਰੂ ਅਸੀਂ ਪੜ੍ਹਾਉਣ ਦੀ ਗੱਲ ਕਰ ਰਹੇ ਹਾਂ, ਇੱਕ ਤਾਂ ਉਹ ਬੱਚੇ ਦੀ ਚੁਆਇਸ ਨਾਲ ਹੋਏਗਾ, ਦੂਸਰਾ ਉਹ ਏਮਫੁਲ ਹੋਏਗਾ। ਜਦੋਂ ਅਸੀਂ ਕਿਹਾ ਡਰਾਇੰਗ ਦੀ ਗੱਲ ਹੈ ਤਾਂ ਅਸੀਂ ਉਸ ਦੀਆਂ ਮੋਟਰ ਐਕਟੀਵਿਟੀ, ਅਸੀਂ ਉਸ ਦੀਆਂ ਆਰਟ ਸਕਿੱਲ, ਅਸੀਂ ਉਸ ਦਾ ਜਿਹੜਾ ਹੈ ਅਫੈਕਸ਼ਨ ਜਿਹੜੀ ਹੈ ਉਹ ਡੋਮੇਨ ਜਿਹੜੀ ਹੈ ਉਸ ਨੂੰ ਡਿਵੈਲਪ ਕਰਨ ਦੀ ਗੱਲ ਕਰ ਰਹੇ ਹਾਂ। ਔਰ ਫਿਰ ਅਸੀਂ ਕਹਿੰਦੇ ਹਾਂ ਕਿ ਇਹ ਇਨਸਾਈਡ ਕਲਾਸਰੂਮ ਤਾਂ ਹੋ ਸਕਦਾ ਹੈ, ਆਊਟਸਾਈਡ ਵੀ ਹੋਏਗਾ, ਸੋਸ਼ਲ এনवायरमेंट ਦੀ ਗੱਲ ਹੋ ਰਹੀ ਹੈ। ਬੱਚਾ ਜਿਹੜਾ ਹੈ ਇਜ਼ ਅ ਸੈਂਟ ਆਬਜੈਕਟ। ਅਸੀਂ ਕਹਾਂਗੇ ਕਿ ਬੱਚਾ ਹੀ ਜਿਹੜਾ ਹੈ ਹੱਬ ਰਹੇਗਾ ਪੂਰੇ ਪ੍ਰੋਸੀਜਰ ਦੀ, ਭਾਵੇਂ ਉਹ ਐਕਟੀਵਿਟੀ ਨੂੰ ਸਿਲੈਕਟ ਕਰਨਾ ਹੈ, ਭਾਵੇਂ ਉਹਨੂੰ ਐਗਜ਼ੀਕਿਊਟ ਕਰਨਾ ਹੈ, ਭਾਵੇਂ ਅਸੀਂ ਉਸ ਨੂੰ ਜਨਰਲਾਈਜ਼ ਕਰਨਾ ਹੈ। ਤਾਂ ਅਗਲੀ ਗੱਲ ਉਹ ਕਹਿੰਦੇ ਜਦੋਂ ਸੋਸ਼ਲ এনवायरमेंट ਹੈ ਦੈਨ ਵੀ ਕਾਂਟ ਬੌਂਡ ਆਵਰ ਸੈਲਫ ਟੂ ਸੈਲਫ। ਆਪਣੇ ਆਪ ਨੂੰ ਆਈਸੋਲੇਟ ਨਹੀਂ ਕਰ ਸਕਦੇ, ਵੀ ਹੈਵ ਨੀਡ ਆਫ ਅਦਰਸ। ਤਾਂ ਕੋਆਪਰੇਟਿਵ ਵੇ ਨਾਲ ਲਰਨਿੰਗ ਹੈ। ਇੱਕ ਪ੍ਰੋਜੈਕਟ ਦੇ ਵਿੱਚ ਬੜੇ ਸਾਰੇ ਲੋਕਾਂ ਦੀ ਜ਼ਰੂਰਤ ਪਏਗੀ ਔਰ ਉਹ ਪ੍ਰੋਜੈਕਟ ਜਿਹੜਾ ਹੈ ਇੱਕ ਟੀਮ ਵਰਕ ਹੋਏਗਾ ਔਰ ਇੱਕ ਸੁਸਾਈਟਲ ਪੈਟਰਨ 'ਚ ਹੋਏਗਾ ਔਰ ਇੰਡੀਵਿਜੂਅਲ ਡਿਫਰੈਂਸਿਸ ਨੂੰ ਨਰਚਰ ਕਰਨ ਦੀ ਪੋਸੀਬਿਲਿਟੀ ਇੱਥੇ ਹੋਏਗੀ, ਕਿਉਂਕਿ ਜਦੋਂ ਅਸੀਂ ਪ੍ਰੋਜੈਕਟ ਲਵਾਂਗੇ ਤਾਂ ਅਲੱਗ-ਅਲੱਗ ਜਿਹੜਾ ਹੈ ਕੈਲੀਬਰ ਦੇ ਨਾਲ ਬੱਚੇ ਹੋਣਗੇ ਔਰ ਹਰ ਕੈਲੀਬਰ ਦੇ ਅਕੋਰਡਿੰਗ ਉਹਨਾਂ ਨੂੰ ਡਿਊਟੀ ਅਸਾਈਨ ਕੀਤੀ ਜਾ ਸਕਦੀ ਹੈ। ਇਸ ਦੀ ਗੱਲ ਵੀ ਇਹਦੇ 'ਚ ਹੋਏਗੀ। ਅਗਲੀ ਗੱਲ ਹੈ ਬੇਸਡ ਔਨ ਅ ਰੀਅਲ ਐਕਸਪੀਰੀਅੰਸ। ਅਸੀਂ ਹੁਣੇ ਗੱਲ ਕਰ ਰਹੇ ਸੀ ਕਿ ਜੇ ਉਹ ਸੀਨਰੀ ਬਣਾਉਣੀ ਹੋਵੇ ਐਕਚੁਅਲ 'ਚ ਤਾਂ ਉਹਦੇ 'ਚ ਸੀਨ ਬਦਲ ਜਾਏਗਾ, ਤਾਂ ਰੀਅਲ ਐਕਸਪੀਰੀਅੰਸ ਦੇ ਕਾਰਨ ਸੀਨ ਬਦਲ ਜਾਇਆ ਕਰਦੇ ਆ। ਠੀਕ ਹੈ, ਹੁਣ ਅਸੀਂ ਇਸ ਦੇ ਥੋੜ੍ਹੇ ਜਿਹੇ ਪ੍ਰਿੰਸੀਪਲਸ ਦੀ ਗੱਲ ਕਰਦੇ ਹਾਂ। ਜਦੋਂ ਵੀ ਕੋਈ ਮੈਥਡ ਜਿਹੜਾ ਹੈ ਪ੍ਰੋਜੈਕਟ ਮੈਥਡ ਨਾਲ ਟੀਚ ਕਰਦੇ ਹਾਂ ਤਾਂ ਸਾਨੂੰ ਇਹਦੇ ਵਿੱਚ ਟੀਚਿੰਗ ਏਮ ਜਿਹੜੇ ਨੇ ਉਹਨਾਂ ਨੂੰ ਧਿਆਨ 'ਚ ਰੱਖਣਾ ਹੁੰਦਾ ਹੈ। ਪਹਿਲਾ ਤਾਂ ਇਹ ਏਮ ਹੈ ਕਿ ਜਦੋਂ ਅਸੀਂ ਕੁਝ ਵੀ ਕਰਨਾ ਹੋਵੇ ਦੇयर ਸ਼ੁੱਡ ਬੀ ਸਮ ਪਰਪਸ, ਸਮ ਟਾਰਗੇਟ, ਸਮ ਗੋਲ। ਤਾਂ ਪਹਿਲਾ ਪ੍ਰਿੰਸੀਪਲ ਇਹ ਫੋਲੋ ਕੀਤਾ ਜਾਂਦਾ ਪ੍ਰੋਜੈਕਟ ਮੈਥਡ 'ਚ ਕਿ ਅਸੀਂ ਕੋਈ ਇਸ ਤਰ੍ਹਾਂ ਦੀ ਹੀ ਅਨਯੂਜ਼ਫੁਲ ਐਕਟੀਵਿਟੀ 'ਤੇ ਕੰਮ ਨਹੀਂ ਕਰਦੇ, ਅਸੀਂ ਕੋਈ ਏਮ ਰੱਖ ਕੇ ਕੰਮ ਕਰਦੇ ਹਾਂ। ਤਾਂ ਜਦੋਂ ਵੀ ਪ੍ਰੋਜੈਕਟ ਅਸਾਈਨ ਕੀਤਾ ਜਾਂਦਾ ਤਾਂ ਸਭ ਤੋਂ ਪਹਿਲਾਂ ਬੱਚੇ ਨੂੰ ਇਹ ਰਿਅਲਾਈਜ਼ ਕਰਾਇਆ ਜਾਂਦਾ ਵਾਈ ਵੀ ਆਰ ਅਸਾਈਨਿੰਗ ਇਟ। ਤਾਂ ਇਹ ਪਰਪਸਫੁਲ ਹੋਏਗਾ ਔਰ ਅਸੀਂ ਉਸ ਨੂੰ ਦੱਸਾਂਗੇ ਕਿ ਇਹਦੇ ਵਿੱਚੋਂ ਅਸੀਂ ਇਹ 4 ਅਕੈਡਮਿਕ ਕਨੇਟਿਵ ਏਮ ਅਚੀਵ ਕਰਾਂਗੇ, ਆਹ 2 ਜਿਹੜਾ ਹੈ ਕਨੇਟਿਵ ਕਰਾਂਗੇ, ਆਹ ਇੱਕ ਅਫੈਕਟਿਵ ਡੋਮੇਨ ਦਾ ਜਾਂ ਸਾਈਕੋਮੋਟਰ ਦਾ ਅਸੀਂ ਅਚੀਵ ਕਰਾਂਗੇ। ਤਾਂ ਅਸੀਂ ਉਸ ਨੂੰ ਸਾਰਾ ਕੁਝ ਇਹ ਕਲੀਅਰ ਕਰਕੇ ਫਿਰ ਅਸੀਂ ਉਸ ਨੂੰ ਉਸ ਐਕਟੀਵਿਟੀ ਨੂੰ ਅਸਾਈਨ ਕਰਦੇ ਹਾਂ। ਔਰ ਉਸ ਤੋਂ ਬਾਅਦ ਅਗਲਾ ਹੈ ਪ੍ਰਿੰਸੀਪਲ ਆਫ ਐਕਟੀਵਿਟੀ। ਅਸੀਂ ਕਹਿੰਦੇ ਹਾਂ ਕਿ ਸਾਡਾ ਲਰਨਰ ਜਦੋਂ ਐਗਜ਼ਾਮ ਦਿੰਦਾ ਹੈ, ਗ੍ਰੈਜੂਏਟ ਹੈ ਭਾਵੇਂ ਪੋਸਟ ਗ੍ਰੈਜੂਏਟ ਹੈ, ਭਾਵੇਂ ਕੋਈ 골ਡ ਮੈਡਲਿਸਟ ਹੈ ਜਾਂ ਕੋਈ ਮੇਰੇ ਵਰਗਾ ਮਤਲਬ ਐਵਰੇਜ ਸਟੂਡੈਂਟ ਹੈ, ਜਦੋਂ ਐਗਜ਼ਾਮ ਦਿੰਦਾ 2 ਘੰਟੇ ਬਾਅਦ ਉਹਨੂੰ ਪੁੱਛੋ ਕਿ ਕੀ ਲਿਖਿਆ ਸੀ, ਦੇ ਆਰ ਬਲੈਂਕ। ਕਾਰਨ ਕੀ ਹੈ ਕਿ ਵੀ ਆਰ ਪੈਸਿਵ ਲਰਨਰ। ਅਸੀਂ ਉਸ ਨੂੰ ਐਕਟਿਵਲੀ ਅਗੇਂਜ ਹੋ ਕੇ ਨਹੀਂ ਸਿੱਖਿਆ। ਤਾਂ ਪ੍ਰੋਜੈਕਟ ਮੈਥਡ ਕਹਿੰਦਾ ਹੈ ਕਿ ਦੈਟਸ ਵਾਈ ਆਵਰ ਲਰਨਿੰਗ ਇਜ਼ ਨਾਟ ਪਰਮਾਨੈਂਟ। ਸਾਡੀ ਲਰਨਿੰਗ ਇਸੇ ਕਾਰਨ ਪਰਮਾਨੈਂਟ ਨਹੀਂ ਹੋਈ ਕਿਉਂਕਿ ਅਸੀਂ ਉਹਦੇ ਵਿੱਚ ਐਕਟਿਵਲੀ ਇਨਵੋਲਵ ਨਹੀਂ ਹੋਏ। ਤਾਂ ਇੱਥੇ ਅਸੀਂ ਕਹਿੰਦੇ ਹਾਂ ਕਿ ਚਾਈਲਡ ਬਿਕਾਜ਼ ਇਜ਼ ਐਨ ਐਕਟਿਵ ਬਾਈ ਨੇਚਰ। ਤਾਂ ਅਸੀਂ ਉਸਦੇ ਇੰਸਟਿੰਕਟਸ ਜਿਹੜੇ ਨੇ, ਕਿਹੜੇ ਇੰਸਟਿੰਕਟਸ ਨੂੰ ਅਸੀਂ ਯੂਜ਼ ਕਰਨਾ ਹੈ। ਇੱਕ ਤਾਂ ਉਹਦੇ ਵਿੱਚ એનર્ਜੀ ਹੈ, ਬਹੁਤ એનર્ਜੀ ਹੈ, ਸਾਡੇ ਨਾਲੋਂ ਮਲਟੀਪਲ ਟਾਈਮ એનર્ਜੈਟਿਕ ਹੈ। ਦੂਸਰਾ ਉਹਦੇ ਵਿੱਚ ਕਰਿਓਸਿਟੀ ਹੈ, ਕਰਿਓਸਿਟੀ ਟੂ ਐਕਸਪਲੋਰ ਨਿਊ ਐਵੇਨਿਊ ਆਫ ਲਰਨਿੰਗ। ਅਸੀਂ ਉਹ ਨਵੀਆਂ ਚੀਜ਼ਾਂ, ਨਵੇਂ ਐਕਸਪੀਰੀਅੰਸ ਲੈਣਾ ਚਾਹੁੰਦਾ।
ਤਾਂ ਬੱਚੇ 'ਚ ਕਰਿਓਸਿਟੀ ਕੀ ਹੈ, ਆਮ ਤੌਰ 'ਤੇ ਕਿਹਾ ਜਾਂਦਾ ਕਿ ਤੁਸੀਂ ਭਾਵੇਂ ਵੈਸੇ ਹੀ ਕੋਈ ਕਰਟਨ ਖੜਾ ਕਰਕੇ ਤੇ ਬੱਚੇ ਨੂੰ ਰਿਸਟ੍ਰਿਕਟ ਕਰ ਦਿਓ ਕਿ ਇਸ ਕਰਟਨ ਦੇ ਦੂਸਰੇ ਪਾਸੇ ਨਹੀਂ ਦੇਖਣਾ, ਤਾਂ ਅੱਜ ਦਾ ਉਹਦਾ ਸਭ ਤੋਂ ਵੱਡਾ ਕਰਿਓਸਿਟੀ ਏਰੀਆ ਇਹ ਹੋ ਗਿਆ ਕਿ ਇਸ ਦੇ ਅਗਲੇ ਪਾਸੇ ਕੀ ਹੈ, ਤਾਂ ਉਹ ਕੋਈ ਵੀ ਹੁੱਕ ਐਂਡ ਕਰੁੱਕ ਲਗਾ ਕੇ ਉਸ ਤੋਂ ਅੱਗੇ ਦੇਖਣਾ ਚਾਹੇਗਾ, ਬਿਕੋਜ਼ ਆਫ ਦਾ ਨੈਚੁਰਲ ਇੰਸਟਿੰਕਟ ਉਹਦੇ ਵਿੱਚ ਜਨਰਲੀ ਇਹ ਪਾਇਆ ਜਾਂਦਾ ਕਿ ਉਹ ਹਰ ਚੀਜ਼ ਨੂੰ ਐਕਸਪੀਰੀਅੰਸ ਲੈਣਾ ਚਾਹੇਗਾ। ਤਾਂ ਉਹ ਕਹਿੰਦਾ ਕਿ ਅਗਲੀ ਗੱਲ ਇਹ ਹੈ ਕਿ ਜਦੋਂ ਅਸੀਂ ਐਕਟੀਵਿਟੀ ਦੀ ਗੱਲ ਕਰਦੇ ਹਾਂ ਤਾਂ ਵੀ ਹੈਵ ਟੂ ਅਗੇਂਸ ਆਵਰਸੈਲਫ ਐਜ਼ ਮੈਂਟਲੀ ਐਜ਼ ਫਿਜ਼ੀਕਲੀ, ਦੋਨੋਂ ਤਰ੍ਹਾਂ ਨਾਲ ਬੱਚੇ ਨੂੰ ਇਨਵੋਲਵ ਕਰਨਾ ਹੋਏਗਾ। ਸਾਡੇ ਕਲਾਸਰੂਮ ਦੇ ਵਿੱਚ ਅਸੀਂ ਬੱਚੇ ਨੂੰ ਮੈਂਟਲੀ ਇਨਵੋਲਵ ਕਰਦੇ ਹਾਂ, ਥੋੜੇ ਟਾਈਮ ਬਾਅਦ ਬੱਚਾ ਬੋਰਡਮ 'ਚ ਚਲਾ ਜਾਂਦਾ ਔਰ ਉਸ ਤੋਂ ਬਾਅਦ ਉਹ ਡੋਜੀਨੈਸ 'ਚ ਚਲਾ ਜਾਂਦਾ ਔਰ ਉਸ ਤੋਂ ਬਾਅਦ ਫਿਰ ਉਹ ਸਿਰਫ ਕਲਾਸ 'ਚ ਪ੍ਰੈਜੈਂਟ ਹੀ ਹੁੰਦਾ, ਅਦਰਵਾਈਜ਼ ਜਾਂ ਤਾਂ ਉਹ ਮਤਲਬ ਕਹਿੰਦੇ ਹੁੰਦੇ ਨਾ ਨੈਪ ਲੈ ਰਿਹਾ ਹੁੰਦਾ, ਜਿਵੇਂ ਤੁਸੀਂ ਸਾਰੇ ਲੈ ਹੀ ਰਹੇ ਹੋਣ, ਤੇ ਜਾਂ ਉਹ ਫਿਰ ਕੀ ਕਰ ਰਿਹਾ ਹੁੰਦਾ, ਉਹ ਫਿਜ਼ੀਕਲੀ ਪ੍ਰੈਜੈਂਟ ਹੁੰਦਾ ਔਰ ਡਰੀਮਿੰਗ ਕਰ ਰਿਹਾ ਹੁੰਦਾ, ਡੇ ਡਰੀਮਿੰਗ ਕਿ ਅੱਜ ਸ਼ਾਮ ਦਾ ਪ੍ਰੋਜੈਕਟ ਕੀ ਹੈ, ਕਿਹੜੇ ਦੋਸਤ ਨਾਲ ਕਿਹੜੇ ਈਟਿੰਗ ਪੁਆਇੰਟ ਤੇ ਜਾਣਾ ਔਰ ਅੱਜ ਸਪੈਸ਼ਲ ਕੀ ਬਣਿਆ ਹੋਏਗਾ, ਡੇ ਕਿਹੜਾ ਹੈ। ਤਾਂ ਇਸ ਤਰ੍ਹਾਂ ਦੇ ਇੰਟਰਸਟ ਨੇ, ਤਾਂ ਅਸੀਂ ਕਹਿੰਦੇ ਹਾਂ ਅਸੀਂ ਉਸ ਬੱਚੇ ਨੂੰ ਜਦੋਂ ਐਕਟਿਵਲੀ ਇਨਵੋਲਵ ਫਿਜ਼ੀਕਲੀ ਇਨਵੋਲਵ ਕਰ ਲੈਂਦੇ ਹਾਂ ਤਾਂ ਦੇयर ਬੀ ਲੀਸਟ ਸਕੋਪ ਕਿ ਉਹ ਬੱਚਾ ਮੈਂਟਲੀ ਉੱਥੇ ਪ੍ਰੈਜੈਂਟ ਨਾ ਹੋਵੇ। ਅਗਲੀ ਗੱਲ ਹੈ ਕਿ ਫਰੀडम, ਬੱਚੇ ਨੂੰ ਅਸੀਂ ਕਹਿੰਦੇ ਹਾਂ ਕਿ ਜਦੋਂ ਬੇਸਿਕ ਪ੍ਰਿੰਸੀਪਲ ਇਹ ਕਹਿੰਦਾ ਕਿ ਵੀ ਕਾਂਟ ਟਾਈ ਐਵਰੀਵਨ ਵਿਦ ਦ ਸੇਮ ਰੋਪ, ਸਾਰਿਆਂ ਨੂੰ ਇੱਕੋ ਰੱਸੇ ਨਾਲ ਨਹੀਂ ਬੰਨ੍ਹ ਸਕਦੇ, ਠੀਕ ਹੈ। ਉਹ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਉਹ WhatsApp ਤੇ ਬੜਾ ਆਉਂਦਾ ਕਿ ਇੱਕ ਜਗ੍ਹਾ ਤੇ ਕ੍ਰੋਕੋਡਾਈਲ ਖੜਾ ਹੈ, ਫਿਸ਼ ਵੀ ਹੈ, ਮੰਕੀ ਹੈ, ਐਲੀਫੈਂਟ ਹੈ, ਔਰ ਉਹ ਕਹਿੰਦੇ ਆ ਕਿ ਨਾਓ ਵੀ ਆਰ ਗੋਇੰਗ ਟੂ ਸਟਾਰਟ ਅ ਟਾਸਕ, ਯੂ ਹੈਵ ਟੂ ਕਲਾਈਮ ਔਨ ਦਾ ਟਰੀ, ਤੁਹਾਨੂੰ ਸਾਰਿਆਂ ਨੂੰ ਦਰਖਤ ਤੇ ਚੜ੍ਹਨਾ ਹੈ। ਤਾਂ ਪਤਾ ਹੀ ਹੈ ਜਾਂ ਤਾਂ ਉਹਦੇ ਉੱਤੇ ਪੰਛੀ ਚੜ੍ਹ ਸਕਦਾ, ਬਰਡ ਚੜ੍ਹ ਸਕਦਾ, ਤੇ ਜਾਂ ਜਿਹੜਾ ਹੈ ਮੰਕੀ ਚੜ੍ਹ ਸਕਦਾ, ਬਾਕੀਆਂ ਵਾਸਤੇ ਤਾਂ ਕੈਲੀਬਰ ਹੀ ਨਹੀਂ ਹੈ। ਤਾਂ ਇਹਦਾ ਮਤਲਬ ਹੈ ਤੁਹਾਡੇ ਇੰਟਰਸਟ ਏਰੀਆ ਡਿਫਰ ਕਰਦੇ ਆ, ਤੁਹਾਡੇ ਕੈਲੀਬਰ, ਤੁਹਾਡੇ ਬੇਸਿਕ ਜਿਹੜੀ ਹੈ ਸਟਰੈਂਥ ਉਹ ਵੇਰੀ ਕਰਦੀ ਹੈ। ਤਾਂ ਜੇ ਕਿਸੇ ਨੂੰ ਕਿਹਾ ਜਾਵੇ ਵੀ ਸਵਿਮ ਕੌਣ ਕਰੇਗਾ, ਨੈਚੁਰਲ ਹੈ ਫਿਸ਼ ਜਾਏਗੀ ਤੇ ਔਰ ਕ੍ਰੋਕੋਡਾਈਲ ਜਾਏਗਾ, ਤਾਂ ਯੂ ਕਾਂਟ evaluate each and everyone on a same scale, there are different parameter for different person। ਤਾਂ ਉਹੀ ਇਹ ਗੱਲ ਕਰ ਰਹੇ ਆ। ਤਾਂ ਸਾਡੇ ਕੋਲ ਜਦੋਂ ਇੰਟਰਸਟ ਵੇਰੀ ਕਰੇਗਾ, ਜਦੋਂ ਨੀਡ ਵੇਰੀ ਕਰੇਗੀ, ਜਦੋਂ ਕਪੈਸਿਟੀ ਵੇਰੀ ਕਰੇਗੀ, ਤਾਂ ਸਾਨੂੰ ਉਸ ਦੇ ਨਾਲ ਬੱਚੇ ਨੂੰ ਫਰੀडम ਵੀ ਫੋਲੋ ਕਰਦੇ ਆ। ਦੈਟ ਇਜ਼ ਅਬਾਊਟ ਪ੍ਰਿੰਸੀਪਲ ਆਫ ਐਕਸਪੈਰੀਮੈਂਟ। ਐਕਸਪੈਰੀਮੈਂਟ ਮਤਲਬ ਵੈਨ ਯੂ ਆਰ ਡੂਇੰਗ ਸਮਥਿੰਗ innovative, when you don't have pre idea of the result। experiment ਅਸੀਂ ਉਦੋਂ ਹੀ ਕਹਿੰਦੇ ਹਾਂ ਜਦੋਂ we are doing hit and trial। ਤਾਂ ਇੱਥੇ ਅਸੀਂ ਬੱਚੇ ਨੂੰ ਰੀਅਲ ਐਕਸਪੀਰੀਅੰਸ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਦੋਂ ਬੱਚਾ ਆਪ ਕਰਕੇ ਦੇਖ ਰਿਹਾ ਹੈ ਔਰ ਉਸ ਕੋਲ ਪਹਿਲਾ ਐਕਸਪੀਰੀਅੰਸ ਨਹੀਂ ਹੈ, ਪਰ ਇਹ ਜਿਹੜਾ ਬਾਏ ਡੂਇੰਗ ਕਰੇਗਾ ਇਟ ਵਿਲ ਗਿਵ ਦਾ ਲੌਂਗ ਲਾਸਟਿੰਗ ਇੰਪ੍ਰੈਸ਼ਨ, ਉਹਦੀ ਬ੍ਰੇਨ 'ਤੇ ਉਹ ਛਪ ਜਾਏਗਾ ਔਰ ਇਸ ਨੂੰ ਉਹਨੂੰ ਕ੍ਰੈਮ ਕਰਨ ਦੀ ਜ਼ਰੂਰਤ ਨਹੀਂ ਪਏਗੀ, ਇਸ ਲਈ ਰੋਟ ਵਰਕ ਨਹੀਂ ਕਰਨਾ ਪਏਗਾ ਔਰ ਉਹ ਉਸ ਦਾ ਵੈਸੇ ਹੀ ਬੇਸਿਕ ਇੰਸਟਿੰਕਟਸ ਦਾ ਪਾਰਟ ਬਣੇਗਾ ਔਰ ਇਹ ਲਰਨਿੰਗ ਪਰਮਾਨੈਂਟ ਹੋ ਜਾਏਗੀ। ਅਗਲੀ ਗੱਲ ਅਸੀਂ ਕਹਿੰਦੇ ਹਾਂ ਲਰਨਿੰਗ ਬਾਏ ਡੂਇੰਗ, ਇਹ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਐਂਡ ਲਰਨਿੰਗ ਬਾਏ ਲਿਵਿੰਗ, ਵੀ ਹੈਵ ਟੂ ਕਨੈਕਟ ਆਵਰ ਟੀਚਿੰਗ ਟੂ ਰੀਅਲ ਲਾਈਫ। ਅਸੀਂ ਕਹਿੰਦੇ ਹਾਂ ਵੀ ਹੈਵ ਟੂ ਕੋਰਲੇਟ ਆਵਰ ਸੈਲਫ ਟੂ ਰੀਅਲ ਲਾਈਫ ਐਗਜ਼ਾਮਪਲ। ਜਿਵੇਂ ਤੁਸੀਂ ਇਕਨੋਮਿਕਸ 'ਚ ਅੱਜ ਕੱਲ੍ਹ ਦੇਖਦੇ ਹੋਵੋਗੇ ਬੜੀਆਂ ਸਾਰੀਆਂ ਅਸੀਂ ਐਗਜ਼ਾਮਪਲ ਜਿਹੜੀਆਂ ਨੇ ਉਹ ਰੀਅਲ ਰੀਸੈਂਟ ਐਗਜ਼ਾਮਪਲ ਦਿੰਦੇ ਆ ਕਿ ਸਾਡਾ ਹੰਗਰ ਇੰਡੈਕਸ ਬਦਲ ਗਿਆ। ਅਸੀਂ ਤੁਹਾਡੀ ਬੁੱਕ 'ਚ ਲਿਖਿਆ ਹੋਇਆ ਹੰਗਰ ਇੰਡੈਕਸ ਦੇ ਵਿੱਚ ਅਸੀਂ ਜਿਹੜਾ ਹੈ ਬੜੇ ਅੱਛੇ ਰੈਂਕ 'ਤੇ ਸੀ ਕਿਉਂਕਿ ਉਹ 20 ਸਾਲ ਪਹਿਲਾਂ ਬੁੱਕ ਲਿਖੀ ਗਈ ਸੀ, ਪਰ ਜਦੋਂ ਅਸੀਂ ਐਕਚੁਅਲ 'ਚ ਦੇਖਦੇ ਹਾਂ ਅੱਜ ਤੋਂ 8 ਸਾਲ ਪੁਰਾਣੀ ਲਿਖੀ ਹੋਈ ਬੁੱਕ 'ਚ ਸਾਡਾ GDP ਬੜਾ ਅੱਛਾ ਹੈ, ਪਰ ਅੱਜ ਅਸੀਂ ਨੈਗੇਟਿਵ ਚੱਲ ਰਹੇ ਹਾਂ। ਤਾਂ ਅਸੀਂ ਰੀਅਲ ਲਾਈਫ ਨਾਲ ਕਨੈਕਟ ਕਰਾਂਗੇ। ਜਦੋਂ ਹੰਗਰ ਦੀ ਗੱਲ ਕਰਾਂਗੇ, ਜਦੋਂ ਪਾਵਰਟੀ ਦੀ ਗੱਲ ਕਰਾਂਗੇ, ਤਾਂ 2014 'ਚ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਪਾਵਰਟੀ ਜਿਹੜੀ ਹੈਗੀ ਆ ਉਹ ਇੰਟਰਨੈਸ਼ਨਲ ਸਟੈਂਡਰਡ 'ਤੇ ਆ ਗਈ ਹੈ। ਅਸੀਂ ਤਾਂ ਬਹੁਤ ਲੋਅਰ 'ਤੇ ਚਲੇ ਗਏ, 6 ਕਰੋੜ ਲੋਕ ਹੀ ਸਾਡੇ ਕੋਲ ਗਰੀਬ ਰਹਿ ਗਏ ਆ, ਤਾਂ ਅੱਜ ਅਸੀਂ 80 ਕਰੋੜ ਲੋਕਾਂ ਨੂੰ ਸਬਸਿਡਾਈਜ਼ ਫੂਡ ਦੇ ਰਹੇ ਹਾਂ। ਤਾਂ ਦੈਟ ਮੀਨ ਵੀ ਹੈਵ ਟੂ ਕਨੈਕਟ ਟੂ ਰੀਅਲ ਲਾਈਫ ਸਿਚੁਏਸ਼ਨ। ਤਾਂ ਸਾਨੂੰ ਇਸ ਤਰ੍ਹਾਂ ਨਾਲ ਇਸ ਨੂੰ ਪੜ੍ਹਾਉਣਾ ਹੋਏਗਾ। ਤਾਂ ਇਹਨਾਂ ਪ੍ਰਿੰਸੀਪਲ 'ਤੇ ਬੇਸ ਕਰਦੇ ਹੋਏ ਅਸੀਂ ਪ੍ਰੋਜੈਕਟ ਅਸਾਈਨ ਕਰਦੇ ਹਾਂ। ਇੱਕ ਦੋ ਗੱਲ, ਇੱਕ ਕੋਆਪਰੇਟਿਵ ਮੈਥਡ ਹੈ। ਪ੍ਰਿੰਸੀਪਲ ਇਹ ਕਹਿੰਦਾ ਕਿ ਸੋਸ਼ਲ ਡਿਵੈਲਪਮੈਂਟ ਬੱਚੇ ਦੀ ਹੁੰਦੀ ਹੈ। ਅੱਜ ਸਾਡੇ ਸਮਾਜ ਦੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈ ਉਹ ਹੈ ਕਿ ਅਸੀਂ ਆਈਸੋਲੇਟ ਹੋ ਗਏ ਹਾਂ, ਅਸੀਂ ਸੈਲਫ ਸੈਂਟਰਡ ਹੋ ਗਏ ਹਾਂ। ਦੈਟਸ ਵਾਈ ਜਿਹੜੀਆਂ ਗੌਰਮੈਂਟਸ ਨੇ ਦੇ ਬਿਕਮ ਮੋਰ ਪਾਵਰਫੁਲ। ਅੱਜ ਸਾਡਾ ਸਾਰਾ ਇੰਡੀਆ ਵਿਕ ਗਿਆ, ਬਟ ਵੀ ਡੋਂਟ ਹੈਵ ਐਨੀ ਕੰਸਰਨ। ਜੇ ਸਾਡੇ ਘਰੇ ਰੋਟੀ ਪੱਕ ਰਹੀ ਹੈ ਅਤੇ ਸਾਡੇ ਫਾਦਰ ਦੀ ਇਨਕਮ ਆ ਰਹੀ ਹੈ, ਵੀ ਨੈਵਰ ਬੋਦਰ ਅਬਾਊਟ ਕਿ ਕਿਉਂ ਗੌਰਮੈਂਟ ਇੰਟਾਈਟੀਜ਼ ਸੇਲ ਕਿਉਂ ਕੀਤੀਆਂ ਜਾ ਰਹੀਆਂ ਨੇ। ਵਟ ਵੁੱਡ ਬੀ ਆਵਰ ਫਿਊਚਰ? ਅਸੀਂ ਕਿੱਥੇ ਜੋਬ ਲੈਣੀ ਹੈ? ਅਸੀਂ ਕੀ ਕਰਨ ਵਾਲੇ ਹਾਂ? ਸਾਨੂੰ ਕਿੱਥੋਂ ਜੋਬ ਮਿਲੇਗੀ? ਕੀ ਇਹ ਲੱਖ ਰੁਪਏ ਵਾਲੀ ਜੋਬ ਛੱਡ ਕੇ ਅਸੀਂ 10,000 ਦੇ ਕੁਲਚੇ ਵੇਚਣੇ ਆ ਅਤੇ ਪਕੌੜੇ ਬਣਾਉਣੇ ਆ?
ਤਾਂ ਇਹ ਹੈ। ਔਰ ਇਹ ਕਦੋਂ ਪੋਸੀਬਲ ਹੋਏਗਾ? ਜਦੋਂ ਤੁਸੀਂ ਐਸੋਸੀਏਟ ਕਰੋਗੇ, ਜਦੋਂ ਤੁਸੀਂ ਕੋਆਪਰੇਟ ਕਰੋਗੇ, ਜਦੋਂ ਤੁਸੀਂ ਇੱਕ ਦੂਸਰੇ ਨਾਲ ਇੰਟਰਮਿੰਗਲ ਹੋਵੋਗੇ। ਔਰ ਇਹ ਕਦੋਂ ਪੋਸੀਬਲ ਹੋਏਗਾ? ਜਦੋਂ ਤੁਸੀਂ ਸੋਸ਼ਲ ਸੈਟਅਪ ਦੇ ਵਿੱਚ ਲਰਨਿੰਗ ਕਰੋਗੇ, ਨਾ ਕਿ ਤੁਸੀਂ ਜਿਹੜਾ ਹੈ ਸਕੂਲ ਹੈ ਉਸ ਬੱਚੇ ਨੂੰ ਟੀਮ ਵਰਕ ਸਿਖਾਓ, ਬੱਚੇ ਨੂੰ ਕੋਆਪਰੇਟਿਵ ਲਰਨਿੰਗ ਸਿਖਾਓ, ਬੱਚੇ ਨੂੰ ਕੋਆਪਰੇਟਿਵ ਕੋਲੈਬੋਰੇਟਿਵ ਐਫਰਟਸ ਕਿਵੇਂ ਕਰਨੇ ਆ ਉਹ ਸਿਖਾਓ, ਬੱਚੇ ਨੂੰ ਟੋਲਰੈਂਸ ਸਿਖਾਓ, ਬੱਚੇ ਨੂੰ ਬ੍ਰਦਰਹੁੱਡ ਸਿਖਾਓ। ਇਹ ਬਹੁਤ ਜ਼ਰੂਰੀ ਹੈ ਔਰ ਇਹ ਪ੍ਰੋਜੈਕਟ 'ਚ ਪੋਸੀਬਿਲਿਟੀ ਬਣਦੀ ਹੈ। ਅਗਲੀ ਗੱਲ ਅਸੀਂ ਇਹਦੇ ਵਿੱਚ ਕਵਾਂਗੇ ਹੈ ਕਿ ਲਰਨਿੰਗ ਇਜ਼ ਹੋਲਸਮ ਐਜੂਕੇਸ਼ਨ ਮੈਥਡ। ਉਹ ਇੱਕ ਦੋ ਗੱਲਾਂ ਜਿਹੜੀਆਂ ਅਸੀਂ ਕਹਿੰਦੇ ਹਾਂ ਕਿ ਪ੍ਰੋਜੈਕਟ ਜਿਹੜਾ ਹੈ ਇਸ ਨੂੰ ਇਲੈਬੋਰੇਟ ਕਰਨ ਲਈ ਸਾਨੂੰ ਸਮਝਣਾ ਪਏਗਾ। ਮੰਨ ਲਓ ਅਸੀਂ ਇੱਕ ਪ੍ਰੋਜੈਕਟ, ਤੁਸੀਂ ਸਾਰੇ ਹੈਲਪ ਕਰਿਓ ਮੈਨੂੰ, ਆਪਾਂ ਪ੍ਰੋਜੈਕਟ ਬਣਾਉਂਦੇ ਹਾਂ ਹੁਣੇ ਬੈਠੇ ਬੈਠੇ। ਅਸੀਂ ਇੱਕ ਪ੍ਰੋਜੈਕਟ ਬਣਾਉਣਾ, ਵੀ ਵਾਂਟ ਟੂ ਮੇਨਟੇਨ ਅ ਲੌਨ ਇਨ ਆਵਰ ਸਕੂਲ ਕੈਂਪਸ ਐਂਡ ਵੀ ਆਲ ਆਰ ਟੀਚਰਸ ਮੰਨ ਲਓ। ਤਾਂ ਅਸੀਂ ਇੱਕ ਕਲਾਸ ਨੂੰ ਪੜ੍ਹਾ ਰਹੇ ਹਾਂ ਜਿਹੜੀ 9th ਦੀ ਕਲਾਸ ਹੈ, ਨਵੀਂ ਇਕਨੋਮਿਕਸ ਸ਼ੁਰੂ ਹੋਈ ਹੈ, ਅਤੇ ਅਸੀਂ ਲੋਨ ਜਿਹੜਾ ਹੈ ਉਸ ਪ੍ਰੋਜੈਕਟ ਨੂੰ ਮੈਨੇਜ ਕਰਨਾ ਚਾਹੁੰਦੇ ਹਾਂ ਥਰੂ ਇਕਨੋਮਿਕਸ। ਪਰ ਉਹ ਪ੍ਰੋਜੈਕਟ ਜਿਹੜਾ ਹੈ ਇੱਕ ਤਾਂ ਹੋਲਸਮ ਹੋਏਗਾ ਇਨ ਨੇਚਰ, ਪੜ੍ਹਾਵਾਂਗੇ ਅਸੀਂ ਸਾਰੇ ਕੰਸੈਪਟ, ਜਿਹੜਾ ਵੀ ਕੰਸੈਪਟ ਜਿਸ ਪੁਆਇੰਟ ਤੇ ਆਏਗਾ ਅਸੀਂ ਉਸ ਨੂੰ ਟੀਚ ਕਰਾਂਗੇ। ਹੁਣ ਲੋਨ ਨੂੰ ਮੇਨਟੇਨ ਕਰਨ ਲਈ ਸਭ ਤੋਂ ਪਹਿਲਾਂ ਤਾਂ ਏਰੀਆ ਦੇਖਾਂਗੇ। ਹਾਂ, ਪਹਿਲਾਂ ਸਾਨੂੰ ਕੋਈ ਇਹੋ ਜਿਹੀ ਲੈਂਡ ਦਾ ਇੱਕ ਪੀਸ ਚਾਹੀਦਾ ਹੋਏਗਾ ਜਿੱਥੇ ਅਸੀਂ ਇੱਕ ਅੱਛਾ ਲੋਨ ਤਿਆਰ ਕਰ ਸਕੀਏ, ਔਰ ਜਿਹੜਾ ਸਥੈਟਿਕ ਵੇ ਨਾਲ, ਔਰ ਜਿਹਦੀ ਲੋਕੇਸ਼ਨ ਵੀ ਇਸ ਤਰ੍ਹਾਂ ਦੀ ਹੋਵੇ ਕਿ ਉਹ ਅੱਛਾ ਵੀ ਲੱਗੇ। ਇੱਕ ਲੈਂਡ ਜਿਹੜੀ ਹੈ ਅਸੀਂ ਲੋਕੇਟ ਕਰ ਲਿਆ, ਏਰੀਆ ਮਿਲ ਗਿਆ, ਪ੍ਰਿੰਸੀਪਲ ਨੇ ਮੰਨ ਲਓ ਸਾਈਨ ਕਰ ਦਿੱਤਾ ਵੀ ਇੱਥੇ ਲੋਨ ਬਣਾਉਣਾ। ਹੁਣ ਅਗਲਾ ਕੰਮ ਕੀ ਕਰੀਏ? डिजाइन क्रिएट करना सर। ਪਹਿਲਾਂ जी ਡਿਜ਼ਾਈਨ सॉइल ਕ੍ਰੀਏਟ वगैरह ਕਰਨੀ। देखनी है कि ਹਾਂ, ਪਹਿਲਾਂ ਸੋਇਲ ਅਸੀਂ ਦੇਖਾਂਗੇ, ਸੋਇਲ ਕਿਵੇਂ, ਸਰ ਫਰਟੀਲਿਟੀ ਚੈੱਕ ਕਰਨੀ ਸੋਇਲ ਦੀ। ਸੋਇਲ ਫਰਟੀਲਿਟੀ ਚੈੱਕ ਕਰਾਂਗੇ, ਨੇਚਰ ਆਫ ਸੋਇਲ ਚੈੱਕ ਕਰਾਂਗੇ ਕਿ ਇਸ ਸੋਇਲ ਨੂੰ ਕਿਹੜੇ ਪਰਟੀਕੂਲਰ ਫਲਾਰ ਔਰ ਫਲੋਰਾ ਐਂਡ ਫੌਨਾ ਸੁਣਿਆ ਨਾ, ਕਿਹੜਾ ਫਲੋਰਾ ਇਸ ਨੂੰ ਸੂਟੇਬਲ ਰਹੇਗਾ। ਔਰ ਫਿਰ ਅਗਲਾ ਕੰਮ ਕੀ ਹੋਏਗਾ, ਅਸੀਂ ਕਲਾਈਮੇਟ ਚੈੱਕ ਕਰਾਂਗੇ, ਇਸ ਟਾਈਮ ਕਿਸ ਸੀਜ਼ਨ 'ਚ ਅਸੀਂ ਕੰਮ ਕਰਨਾ ਸ਼ੁਰੂ ਕੀਤਾ, ਕਿ ਉਸ ਸੀਜ਼ਨ ਦੇ ਜਿਹੜੀ ਫਲੋਰਾ ਹੈ ਉਹ ਕਿਹੜਾ ਹੈ ਔਰ ਉਸ ਨੂੰ ਅਸੀਂ ਕਿਵੇਂ ਕਰ ਸਕਦੇ ਹਾਂ। ਅਤੇ ਇਹਦਾ ਮਤਲਬ ਹੈ ਜਦੋਂ ਅਸੀਂ ਸੋਇਲ ਟੈਸਟਿੰਗ ਕਰਾਂਗੇ ਤਾਂ ਜੋਗਰਾਫੀ ਪੜ੍ਹਾ ਰਹੇ ਹਾਂ, ਸਮਹਾਉ ਸਾਇੰਸ ਹੈ, ਉਹਦੇ ਵਿੱਚ ਅਰਥ ਜਿਹੜੀ ਹੈ ਟੈਸਟਿੰਗ ਜਿਹੜੀ ਹੈ ਸੋਇਲ ਟੈਸਟਿੰਗ ਦੇ ਵਿੱਚ ਅਸੀਂ ਕੰਸਟਰਕਸ਼ਨ ਆਫ ਅਰਥ ਦੀ ਗੱਲ ਕਰਦੇ ਹਾਂ, ਕੰਪੋਜੀਸ਼ਨ ਆਫ ਅਰਥ ਦੀ ਗੱਲ ਕਰਦੇ ਹਾਂ। ਦੋ ਕੰਸੈਪਟ ਅਸੀਂ ਉੱਥੇ ਪੜ੍ਹਾ ਲਵਾਂਗੇ। ਤੀਸਰਾ ਕੰਸੈਪਟ ਜਦੋਂ ਅਸੀਂ ਕਹਿੰਦੇ ਹਾਂ ਕਿ ਫਲੋਰਾ ਚੈੱਕ ਕਰਾਂਗੇ ਤਾਂ ਅਸੀਂ ਬੋਟਨੀ ਦੇ ਵਿੱਚ ਚਲੇ ਜਾਵਾਂਗੇ ਅਤੇ ਅਸੀਂ ਉਹ ਪਲਾਂਟ ਜਿਹੜੇ ਹੈ ਉਹ ਅਲੱਗ-ਅਲੱਗ ਜਿਹੜੇ ਪਲਾਂਟਸ ਨੇ ਉਹਨਾਂ ਨੂੰ ਦੇਖਾਂਗੇ। ਠੀਕ ਹੈ, ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਸੀਡ ਜਿਹੜੇ ਨੇ ਸਿਲੈਕਟ ਹੋ ਗਏ ਆ ਅਤੇ ਸੀਡ ਪਰਚੇਜ ਕਰਨੇ ਆ। ਦੋ ਟੀਮਾਂ ਬਣਾ ਦਿੱਤੀਆਂ ਗਈਆਂ ਜਿਹੜੀਆਂ ਸੀਡ ਸਰਵੇ ਕਰਨ ਜਾਣਗੀਆਂ। ਹੁਣ ਕੀ ਹੋਏਗਾ, ਮਾਰਕੀਟ 'ਚ ਕੀ ਉਹਨਾਂ ਨਾਲ ਵਾਪਰਨ ਵਾਲਾ, ਇੱਕ ਹੀ ਦੁਕਾਨ ਹੋਏਗੀ, ਇੱਕੋ ਹੀ ਸ਼ਾਪ ਤੋਂ ਮਿਲ ਜਾਏਗਾ ਜਾਂਦੇ ਬੜਾ ਈਜ਼ੀ? नहीं नो सर। ਹਾਂ, ਕੀ ਹੋਏਗਾ, ਵਟ ਵੁੱਡ ਹੈਪਨ? सर वो पहले मार्केट सर्च करेगा कि केड़े केड़े एरियाज विच सीड्स मिल रही है। ਕਾਫੀ ਸਾਰੀਆਂ ਸ਼ਾਪਸ ਹੋਣਗੀਆਂ ਔਰ ਕਾਫੀ ਸਾਰੇ ਬ੍ਰਾਂਡ ਹੋਣਗੇ, ਕਾਫੀ ਸਾਰੇ ਬ੍ਰਾਂਡ ਹੋਣਗੇ ਔਰ ਉਹਨਾਂ ਦੀ ਪ੍ਰਾਈਸ ਵੇਰੀ ਕਰੇਗੀ। ਇੱਥੇ ਤੁਹਾਨੂੰ ਕੋਈ ਇਕਨੋਮਿਕਸ ਦਿਖਦੀ ਹੈ? ਇੱਥੇ ਕੋਈ ਇਕਨੋਮਿਕਸ ਦਿਖਦੀ ਹੈ ਕਿ ਨਹੀਂ ਦਿਖਦੀ? ਯੈਸ ਸਰ, ਆਪਾਂ ਰੈਸ਼ਨਲ ਬਿਹੇਵੀਅਰ ਸ਼ੋ ਕਰਾਂਗੇ। ਨਹੀਂ, ਇਕਨੋਮਿਕਸ ਦਾ ਕਿਹੜਾ ਕੰਸੈਪਟ ਹੈ? ਮਾਰਕੀਟ ਗਏ, ਬੜੀਆਂ ਸਾਰੀਆਂ ਦੁਕਾਨਾਂ ਸੀ, ਸੇਮ ਤਰ੍ਹਾਂ ਦੇ ਸੀਡ ਵਿੱਚ ਸੀਲ ਕਰਨੀਆਂ ਸੀ। ਪ੍ਰੋਡਕਟ ਡਿਫਰੈਂਸ਼ੀਏਸ਼ਨ ਕਿਸ ਮਾਰਕੀਟ 'ਚ ਹੁੰਦਾ? ਸਰ ਮੋਨੋਪੋਲਿਸਟਿਕ। ਹਾਂ, ਇੰਪਰਫੈਕਟ ਕੰਪੀਟੀਸ਼ਨ ਦੀ ਮਾਰਕੀਟ ਹੈ। ਬੱਚੇ ਨੂੰ ਇੰਪਰਫੈਕਟ ਕੰਪੀਟੀਸ਼ਨ ਪੜ੍ਹਾਉਣਾ ਪਏਗਾ। ਬੱਚੇ ਦਾ ਆਉਂਦੇ ਕੁਐਸਚਨ ਹੋਏਗਾ ਵਾਈ ਦੇਅਰ ਆਰ ਵੇਰੀਅਸ ਟਾਈਪ ਆਫ ਸ਼ਾਪਸ ਐਂਡ ਸੀਡਸ। ਅਸੀਂ ਕਹਾਂਗੇ ਦੇ ਆਰ ਸੈਲਿੰਗ close substitutes, there is a product differentiation due to packaging, and ਫਿਰ ਅਸੀਂ ਕਹਾਂਗੇ that type of market is known as imperfect market। ਸਾਨੂੰ ਉਸ ਦੇ ਫੀਚਰ ਪੜ੍ਹਾਉਣੇ ਪੈਣਗੇ, ਇਹਦਾ ਮਤਲਬ ਇਕਨੋਮਿਕਸ ਪੜ੍ਹਾ ਦਿੱਤੀ। ਠੀਕ ਹੈ, ਬੱਚੇ ਦਾ ਅਗਲਾ ਕੁਐਸਚਨ ਸ਼ਾਪਕੀਪਰ ਨੂੰ ਹੀ ਹੋਏਗਾ ਕਿ ਵਾਈ ਦੇਅਰ ਇਜ਼ ਅ ਪ੍ਰਾਈਸ ਡਿਫਰੈਂਸ਼ੀਏਸ਼ਨ। ਕਲਾਸ ਚੱਲ ਰਹੀ ਹੈ ਕਿ ਵਾਈ ਵੀ ਹੈਵ ਪ੍ਰਾਈਸ सर डिफरेंट क्वालिटी। हाँ, डिफरेंट क्वालिटी क्यों डिफर कर गई? हाउ इट बी पॉसिबल? सीड्स तो सीड्स ने सर ब्रांडिंग नाल भी प्राइस डिस्क्रिमिनेशन ਹੁੰਦਾ ਹੈ। हाँ, प्राइस डिस्क्रिमिनेशन ब्रांडिंग नाल भी होएगा, पर जेकर ਅਸੀਂ ਨੈਚੁਰਲੀ ਦੇਖਣਾ ਹੋਵੇ ਤਾਂ ਸਾਇੰਸ ਪੜ੍ਹਾਉਣੀ ਪਏਗੀ। ਜਰਮੀਨੇਸ਼ਨ ਇਜ਼ ਅ ਟੈਸਟ ਫਾਰ ਸਿਲੈਕਸ਼ਨ ਆਫ ਬੈਸਟ ਸੀਡਸ।
ਦੋ ਟੈਸਟ ਲਗਾਉਣੇ ਆ, ਪਹਿਲਾ ਜਰਮੀਨੇਸ਼ਨ, ਦੂਸਰਾ ਹੁੰਦਾ ਟੋਟਲ ਪ੍ਰੋਡਕਟਿਵਿਟੀ, ਤੀਸਰਾ ਟੈਸਟ ਵੀ ਲਗਾਇਆ ਜਾਂਦਾ ਜਿਹਨੂੰ ਅਸੀਂ ਕਹਿੰਦੇ ਆ ਪੈਸਟ ਅਟੈਕਸ ਐਂਡ ਮੈਨੇਜਮੈਂਟ, ਪੋਸੀਬਿਲਿਟੀ ਮੈਨੇਜਮੈਂਟ। ਅਸੀਂ 3 ਟੈਸਟ ਲਗਾਉਣੇ ਆ। ਜਦੋਂ ਸੀਡ ਲੈਣ ਗਏ ਅਸੀਂ ਪੈਕਟ ਤੇ ਦੇਖਿਆ ਉਹਨਾਂ ਨੇ ਜਰਮੀਨੇਸ਼ਨ ਕਿੰਨੇ ਲਿਖੀ ਹੈ, ਜਿਸ ਨੇ ਲਿਖਿਆ 95, ਇੱਕ ਨੇ ਲਿਖਿਆ 98, ਇੱਕ ਨੇ ਲਿਖਿਆ 99। ਜਰਮੀਨੇਸ਼ਨ ਪਰ ਜਿਹੜੀ ਹੈ ਸੀਡ ਦੀ ਕਿਹੜੇ ਜਰਮੀਨੇਸ਼ਨ ਨੂੰ ਸਿਲੈਕਟ ਕਰੋਗੇ ਵੀ ਇਹ ਸੀਡ ਬੈਸਟ ਹੈ, 95, 98 ਔਰ 99%? सर 99%। 99%। ਹਾਂ, ਹੁਣ ਅਗਲੀ ਗੱਲ ਕਰ ਲੈਂਦੇ ਆ। 99% ਵਾਲਾ ਜਿਹੜਾ ਹੈ ਉਹਦੀ ਪ੍ਰੋਡਕਸ਼ਨ ਜਿਹੜੀ ਹੈ ਉਹ 20 ਕੁਇੰਟਲ ਹੈ ਪਰ ਏਕੜ, ਜਿਹੜਾ 98 ਵਾਲਾ ਹੈ ਉਹਦੀ 23 ਹੈ ਔਰ ਜਿਹੜਾ 95 ਵਾਲਾ ਉਹਦੀ 24 ਹੈ। ਹੁਣ ਕਿਹੜਾ ਪਰਚੇਜ ਕਰਨਾ? सर जी ना प्रोडक्शन ज्यादा होगी। ਹਾਂ, ਫਿਰ ਪਰ ਜਿਹਦੀ ਪ੍ਰੋਡਕਸ਼ਨ ਜ਼ਿਆਦਾ ਹੈ ਉੱਤੇ ਪੈਸਟ ਅਟੈਕ ਬਹੁਤ ਨੇ ਔਰ ਉਹਦਾ ਕੰਟਰੋਲ ਪੋਸੀਬਲ ਨਹੀਂ ਹੈ, ਉਹਦੇ ਲਈ ਕੋਈ ਕੈਮੀਕਲ ਅਵੇਲੇਬਲ ਨਹੀਂ ਹੈ। ਹੁਣ ਕੀ सर जे क्वालिटी वाइज लवांगे तो फिर 99 वाला ही लवांगे सर। ਨਹੀਂ, ਨਾਲ ਕੁਆਂਟੀਟੀ ਪ੍ਰੋਡਕਸ਼ਨ ਵੀ ਦੇਖਣੀ ਹੈ ਪਰ ਜਿਹੜਾ ਜਿਹਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਉੱਤੇ ਪੈਸਟ ਅਟੈਕ ਵੀ ਬਹੁਤ ਜ਼ਿਆਦਾ ਹੈ। ਹੁਣ ਕੀ ਕੀਤਾ ਜਾਵੇ? देयर इज अ डिलेमा। ਤਾਂ ਫਿਰ ਇਹ ਸਾਰਾ ਕੁਝ ਕੀ ਹੈ? ਜਰਮੀਨੇਸ਼ਨ, ਪੈਸਟ ਅਟੈਕ ਔਰ ਗਰੋਥ ਐਂਡ ਪ੍ਰੋਡਕਟਿਵਿਟੀ, ਇਹ ਸਾਰੀ ਸਾਇੰਸ ਹੈ ਜਿਸ ਨੂੰ ਅਸੀਂ ਬੋਟਨੀ 'ਚ ਪੜ੍ਹਦੇ ਹਾਂ ਔਰ ਇਸ ਸਾਰੇ ਸਬਜੈਕਟ ਦੇ ਵਿੱਚ ਅਸੀਂ ਇਹਨਾਂ ਨੂੰ ਪੜ੍ਹਾਉਣਾ ਹੋਏਗਾ ਔਰ ਇਹ ਕਨਸੈਪਟ ਵੀ ਸਾਨੂੰ ਪੜ੍ਹਾਉਣੇ ਪੈਣਗੇ। ਬੱਚੇ ਗਏ ਸਰਵੇ ਕਰਕੇ ਮੁੜਿਆ ਹੈ ਕਿ ਜੀ ਇੰਨੀ ਰੇਟ 'ਚ ਇੰਨੀ ਜਰਮੀਨੇਸ਼ਨ ਲਈ ਇੰਨਾ ਪ੍ਰੋਡਕਟਿਵਿਟੀ ਵਾਲੇ ਸੀਡ ਆ ਕੇ ਉਹਨਾਂ ਨੇ ਆ ਕੇ ਡਿਸਕਸ ਕੀਤਾ, ਕਲਾਸ 'ਚ ਪ੍ਰੋਜੈਕਟ ਬਣ ਗਿਆ, ਬਜਟ ਅਸੀਂ ਦੇਖਿਆ ਸਾਨੂੰ ਇੰਨਾ ਸੀਡ ਲਈ ਬਜਟ ਚਾਹੀਦਾ। ਔਰ ਇਸ ਤੋਂ ਪਹਿਲਾਂ ਕਿ ਅਸੀਂ ਸੀਡ ਦੀ ਕੁਆਂਟੀਟੀ ਡਿਸਾਈਡ ਕਰੀਏ ਸਾਨੂੰ ਕੀ ਕਰਨਾ ਪਏਗਾ? ਫੀਲਡ ਜਿਹੜਾ ਜਿਹਦੇ 'ਚ ਅਸੀਂ ਉਹ ਸੋ ਕਰਨੇ ਆ ਸੀਡ, ਅਸੀਂ ਉਸ ਦੀ ਏਰੀਆ ਕੈਲਕੂਲੇਟ ਕਰਨਾ ਹੈ। ਤਾਂ ਏਰੀਆ ਕੈਲਕੂਲੇਸ਼ਨ, ਜੇ ਉਹ ਰੈਕਟੈਂਗੂਲਰ ਫੀਲਡ ਹੈ ਤਾਂ ਰੈਕਟੈਂਗਲ ਦਾ ਏਰੀਆ ਕੱਢਣ ਦਾ ਫਾਰਮੂਲਾ ਸਿਖਾਉਣਾ ਪਏਗਾ, ਜੇ ਉਹ ਸਕੁਅਰ ਹੈ ਤਾਂ ਸਕੁਅਰ ਦਾ, ਜੇ ਉਹ ਸਰਕਲ ਹੈ ਤਾਂ ਸਰਕਲ ਦਾ, ਜੇ ਹੈਕਸਾਗਨ ਹੈ ਜਾਂ ਪੋਲੀਗਨ ਹੈ ਤਾਂ ਉਸ ਦਾ ਏਰੀਆ ਕੈਲਕੂਲੇਟ ਕਰਨਾ, ਜਾਂ ਰੰਬਸ ਹੈ ਤਾਂ ਏਰੀਆ ਕੈਲਕੂਲੇਟ ਕਰਨਾ, ਟ੍ਰਾਇੰਗਲ ਹੈ ਤਾਂ ਵੀ ਏਰੀਆ ਕੈਲਕੂਲੇਟ ਕਰਨਾ, ਜੇ ਉਹ 'ਚ ਡਿਜ਼ਾਈਨ ਬਣਾ ਲਿਆ ਤਾਂ ਡਿਜ਼ਾਈਨ ਦੇ ਅਕੋਰਡਿੰਗ ਏਰੀਆ ਕੈਲਕੂਲੇਟ ਕਰਨਾ ਸਾਨੂੰ ਸਿਖਾਉਣਾ ਪਏਗਾ। ਇਹਦਾ ਮਤਲਬ ਹੈ ਮੈਥਮੈਟਿਕਸ ਵੀ ਨਾਲ ਪੜ੍ਹਾਉਣਾ ਪਏਗਾ। ਤਾਂ ਅਸੀਂ ਇਸ ਤਰ੍ਹਾਂ ਨਾਲ, ਤਾਂ ਜਦੋਂ ਅਸੀਂ ਗੱਲ ਕਰ ਰਹੇ ਸੀ ਕਿ ਇਟ ਇਜ਼ ਅ ਹੋਲਸਮ ਐਡੂਕੇਸ਼ਨ, ਹੁਣ ਅਸੀਂ ਇਸ ਪੁਆਇੰਟ 'ਤੇ ਆਈਏ ਤਾਂ ਹੋਲਸਮ ਦਾ ਮਤਲਬ ਹੈ ਤੁਹਾਨੂੰ ਬਹੁਤ ਸਾਰੇ ਤੁਹਾਨੂੰ ਜੀਓਗ੍ਰਾਫੀ, ਤੁਹਾਨੂੰ ਕਮਰਸ, ਤੁਹਾਨੂੰ ਇਕਨੋਮਿਕਸ, ਤੁਹਾਨੂੰ ਸਾਇੰਸ, ਤੁਹਾਨੂੰ ਜਿਹੜਾ ਹੈ ਮੈਥਮੈਟਿਕਸ ਔਰ ਆਰਟ, ਤੁਹਾਨੂੰ ਸਾਰਾ ਕੁਝ ਇਕੱਠਾ ਹੀ ਉੱਥੇ ਪੜ੍ਹਾਉਣਾ ਪਏਗਾ। ਔਰ ਇਸ ਕਾਰਨ ਇਹ ਵਾਟਰ ਟਾਈਟ ਨਹੀਂ ਹੈ ਕਿ ਇਕਨੋਮਿਕਸ ਦਾ ਟੀਚਰ ਇਕਨੋਮਿਕਸ ਹੀ ਪੜ੍ਹਾਏਗਾ। ਜਦੋਂ ਪ੍ਰੋਜੈਕਟ ਲੈ ਲਿਆ, ਜਿਹੜਾ ਟੌਪਿਕ ਆਏਗਾ ਉਸ ਨੂੰ ਉਸੇ ਟਾਈਮ ਦੇ ਉੱਪਰ ਬੱਚੇ ਨੂੰ ਕਲੀਅਰ ਕਰਨਾ ਹੋਏਗਾ। ਤਾਂ ਇਹਦਾ ਮਤਲਬ ਹੈ ਇਟ ਇਜ਼ ਇਨ ਨੇਚਰ ਆਫ ਹੋਲਸਮ ਐਕਸਪੀਰੀਅੰਸ। ਅਸੀਂ ਬੱਚੇ ਨੂੰ ਹਰ ਤਰ੍ਹਾਂ ਦੀ ਐਕਸਪੀਰੀਅੰਸ ਦੇ ਰਹੇ ਹਾਂ। ਔਰ ਪ੍ਰਿੰਸੀਪਲ ਦੇ ਵਿੱਚ ਅਗਲੀ ਗੱਲ ਹੈਗੀ ਹੈ ਕਿ ਅਸੀਂ ਇਟ ਸ਼ੁੱਡ ਬੀ ਨੀਅਰ ਟੂ ਰੀਅਲ ਲਾਈਫ ਰਿਐਲਿਟੀਜ਼, ਲਾਈਫ ਦੇ ਨੇੜੇ ਜੁੜਿਆ ਹੋਣਾ ਚਾਹੀਦਾ ਹੈ। ਔਰ ਜਦੋਂ ਵੀ ਕੋਈ ਪ੍ਰੋਜੈਕਟ ਕਰੋ ਉਹ ਯੂਟਿਲਿਟੀ ਉਸ ਦੀ ਹੋਣੀ ਚਾਹੀਦੀ ਹੈ ਕਿ ਉਹ ਰੀਅਲ ਲਾਈਫ ਦੇ ਵਿੱਚ ਯੂਜ਼ ਹੋਵੇ। ਔਰ ਉਸ ਤੋਂ ਬਾਅਦ ਹੈ ਪਲਾਨਿੰਗ। ਪ੍ਰੋਜੈਕਟ ਜਿਹੜਾ ਹੈ ਉਹ ਪਲਾਨਿੰਗ ਕਰਦਾ ਡਿਮਾਂਡ। ਸਾਨੂੰ ਪ੍ਰੋਜੈਕਟ ਪਲਾਨ ਕਰੇ ਤੋਂ ਬਿਨਾਂ ਸਕਸੈਸ ਪੋਸੀਬਲ ਨਹੀਂ ਹੈ। ਤਾਂ ਇਸ ਦੇ ਨਾਲ ਸਾਡਾ ਅੱਜ ਦਾ ਜਿਹੜਾ ਕੰਸਰਨ ਹੈ ਉਹ ਇੰਨਾ ਡਿਸਕਸ ਹੋ ਗਿਆ, ਜਿਹਦੇ ਵਿੱਚ ਅਸੀਂ ਗੱਲ ਕੀਤੀ ਵਾਟ ਇਜ਼ ਪ੍ਰੋਜੈਕਟ, ਵਾਟ ਆਰ ਦਾ ਬੇਸਿਕ ਪ੍ਰਿੰਸੀਪਲਸ ਐਂਡ ਵਾਟ ਆਰ ਦਾ ਐਸੈਂਸ਼ੀਅਲਸ। ਤਾਂ ਇਸ ਤੋਂ ਬਾਅਦ ਅਸੀਂ ਇਸ ਦੇ ਸਟੈਪਸ ਜਾਂ ਦੂਸਰਾ ਜਿਹੜਾ ਹੈ ਉਹ ਕੱਲ੍ਹ ਡਿਸਕਸ ਕਰਾਂਗੇ। ਹੁਣ ਮੈਨੂੰ ਅਟੈਂਡੈਂਸ